ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਨੇ ਦਰਵਾਜ਼ੇ ਖੋਲ੍ਹ ਦਿੱਤੇ ਨੇ। ਖਬਰ ਸਾਰਿਆਂ ਤੱਕ ਪਹੁੰਚ ਚੁੱਕੀ ਹੈ, ਪਰ ਪ੍ਰੈਕਟੀਕਲ ਅਮਲ ਕਿੰਨਾ ਸ਼ੁਰੂ ਹੋਇਆ ਹੈ, ਕਿਸ ਲਈ ਟਰੈਵਲ ਸ਼ੁਰੂ ਹੋਇਆ ਹੈ, ਕੀ ਰੂਟੀਨ ਦੀ ਤਰ੍ਹਾਂ ਅਸੀਂ ਲਾਈਨ 'ਚ ਲੱਗ ਕੇ ਹੁਣ ਕੈਨੇਡਾ ਜਾ ਸਕਦੇ ਹਾਂ ਜਾਂ ਕੁਝ ਖਾਸ ਡਾਕੂਮੈਂਟ ਦੀ ਜ਼ਰੂਰਤ ਪਏਗੀ। ਇਹੀ ਸਵਾਲ ਹਾਲੇ ਵੀਜ਼ਾ ਲੈਣ ਵਾਲੇ ਵਿਦਿਆਰਥੀਆਂ ਤੇ ਵੀ ਢੁੱਕਦਾ ਹੈ ਕਿ ਵੀਜ਼ਾ ਲੈਣ ਵਾਸਤੇ ਜੋ ਪ੍ਰੋਸੈਸ ਡਿਊਰਿੰਗ ਦਾ ਕੋਵਿਡ ਚੱਲ ਰਿਹਾ ਸੀ ਕਿ ਉਹੀ ਚੱਲਦਾ ਰਹੂਗਾ ਜਾਂ ਕੁਝ ਚੇਂਜਸ ਆਈਆਂ ਨੇ। ਤੀਸਰਾ ਵੱਡਾ ਅਹਿਮ ਸਵਾਲ 2019 ਤੱਕ ਇੱਕ ਪਿਰਤ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਪੈ ਗਈ ਸੀ ਕਿ ਪੰਜਾਬ ਦੇ ਵਿੱਚ ਕੰਸਲਟੈਂਸੀ ਘੱਟ ਲਈ ਜਾਂਦੀ ਸੀ। ਮਨੀ ਇਕਨੋਮੀ, ਪੈਸਾ, ਫਾਈਨਾਂਸ, ਉਹਦੀ ਸਪੋਰਟ ਜ਼ਿਆਦਾ ਲੈਂਦੇ ਸੀ ਕੰਸਲਟੈਂਟਸ ਦੀ। ਉਹ ਜਾਂਦਾ ਸੀ ਕਿ ਮੇਰਾ ਵੀਜ਼ਾ ਲਵਾ ਦਿਓ ਜੀ, ਉਹ ਕੰਸਲਟੈਂਸੀ ਇਸ ਚੀਜ਼ ਦੀ ਨਹੀਂ ਸੀ ਲੈਂਦਾ ਕਿ ਮੇਰਾ ਕੋਰਸ ਕੀ ਹੋਊਗਾ, ਮੇਰਾ ਕਾਲਜ ਕਿਹੜਾ ਹੋਊਗਾ, ਆਫਟਰ ਕੰਪਲੀਸ਼ਨ ਆਫ ਕੋਰਸਸ ਮੈਂ PR ਕਿਵੇਂ ਲੈਣੀ ਹੈ। ਇਹ ਕੰਸਲਟੈਂਸੀ ਨਹੀਂ ਸੀ ਹੁੰਦੀ। ਐਡ ਕੀ ਚੱਲਦੀ ਸੀ, ਸਾਰੇ ਪੈਸੇ ਵੀਜ਼ੇ ਤੋਂ ਬਾਅਦ। ਕਿੰਨੇ ਪੈਸੇ ਜੀ? 8 ਲੱਗੂਗਾ, ਮੈਂ 16 ਲਵਾਂਗਾ। ਪਰ ਇਹ ਕੋਵਿਡ ਦੇ ਦੌਰਾਨ ਜੋ ਟਾਈਟ ਪੋਜੀਸ਼ਨ ਕਿਊਬਿਕ ਨੇ ਕੀਤੀ, ਉਸ ਤੋਂ ਬਾਅਦ ਜਾਲੀ ਰਸੀਦਾਂ, ਜਾਲੀ ਭਰੀਆਂ ਹੋਈਆਂ ਫੀਸਾਂ ਦੀਆਂ ਨਕਲੀ ਰਸੀਦਾਂ ਵਾਲੇ ਵਿਦਿਆਰਥੀਆਂ ਦੇ ਬੈਨ ਲੱਗਿਆ ਕਿ ਆਉਣ ਵਾਲਾ ਸਮਾਂ ਇੱਕ ICCRC ਜਾਂ ਚੰਗਾ ਕੰਸਲਟੈਂਟਸ ਜਿਹੜਾ ਤਜਰਬੇਕਾਰ ਹੈ ਉਹਦੀ ਕੰਸਲਟੈਂਸੀ ਵਾਲਾ ਜਾਂ ਇਨਵੈਸਟਰਸ ਜਿਹੜੇ ਘੁਸ ਗਏ ਨੇ ਇਸ ਇੰਡਸਟਰੀ 'ਚ ਉਹਨਾਂ ਦਾ ਇੱਕ ਅਹਿਮ ਸਵਾਲ ਉਹਨਾਂ ਵਾਸਤੇ ਰਹੂਗਾ ਜਿਨ੍ਹਾਂ ਨੇ 2022 ਦੇ ਵਿੱਚ ਕੈਨੇਡਾ ਜਾਣਾ ਜੀ। ਮੇਰੇ ਨਾਲ ਨੇ ICCRC ਕੰਪਨੀ ਤੋਂ ਵਿਸ਼ੇਸ਼ ਤੌਰ ਦੇ ਉੱਪਰ ਡਾਕਟਰ ਰਵੀ ਗਰਗ ਜੀ, ਜੋ ਕਿ ਅਕਸਰ ਪਾਇਨੀਅਰ ਇਮੀਗ੍ਰੇਸ਼ਨ ਵੱਲੋਂ ਸਾਡੇ ਨਾਲ ਇਸ ਮੰਚ ਤੇ ਬੈਠ ਕੇ ਲੀਗਲ ਵੇ ਨਾਲ ਜਿਹੜੀਆਂ ਸਾਂਝ ਸਾਡੇ ਨਾਲ ਪਾਉਂਦੇ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸੰਧੂ ਸਾਹਿਬ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਪਹਿਲਾ ਸਵਾਲ ਆ ਜਾਂਦਾ ਹੈ, ਕਿਉਂਕਿ ਸਵਾਲ ਤਾਂ ਬਹੁਤ ਨੇ। ਪਹਿਲਾ ਸਵਾਲ ਤਾਂ ਫਿਊਚਰ ਦਾ ਆ ਜਾਂਦਾ ਹੈ ਕਿ ਇਸ ਵਕਤ ਟਰੈਵਲ ਜਿਹੜੀ ਹੈਗੀ ਹੈ ਉਹ ਕਿਸ ਢੰਗ ਨਾਲ ਔਰ ਕਿਸ ਕਦਰ ਖੁੱਲੀ ਹੈ। ਖੁੱਲ੍ਹੇ ਦਰਵਾਜ਼ੇ ਹੋ ਗਏ, ਕੁਝ ਖਾਸ ਡਾਕੂਮੈਂਟਸ ਨਾਲ ਜਾਇਆ ਜਾਊਗਾ ਜਾਂ ਲੀਗਲ ਰਸਤਾ ਕੀ ਹੈ ਵਿਦੇਸ਼ ਜਾਣ ਦਾ, ਕੈਨੇਡਾ ਜਾਣ ਦਾ, ਜਿਨ੍ਹਾਂ ਦਾ ਵੀਜ਼ਾ ਲੱਗ ਚੁੱਕਿਆ। ਬਿਲਕੁਲ ਸੰਧੂ ਸਾਹਿਬ, ਦੇਖੋ ਪਾਇਨੀਅਰ ਇਮੀਗ੍ਰੇਸ਼ਨ ਜਿਹੜੇ ਹੈ ਉਹ ਬਿਲਕੁਲ ਇੰਡੀਆ ਗੌਰਮੈਂਟ ਤੋਂ, ਪੰਜਾਬ ਗੌਰਮੈਂਟ ਤੋਂ ਔਰ ਕੈਨੇਡਾ ਗੌਰਮੈਂਟ ਦੀ ਜਿਹੜੀ ਡੈਜ਼ਿਗਨੇਟਿਡ ਬੋਡੀ ICCRC, ਉਸ ਦਾ ਮੈਂ ਮੈਂਬਰ ਹੈਗਾ ICCRC ਦਾ। ਔਰ ਕੈਨੇਡਾ ਅੰਬੈਸੀ ਜਿਸਨੇ ਵੀਜ਼ਾ ਦੇਣਾ ਉਸ ਦੀ ਵੈਬਸਾਈਟ cic.gc.ca, ਉੱਥੇ ਇੱਕ ਸਰਚ ਬਾਕਸ ਹੈਗਾ, ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਲਿਖਾਂਗੇ, ਮਤਲਬ ਲੀਗਲੀ ਰਿਕਗਨਾਈਜ਼ਡ, ਤੇ ਆਪਾਂ ਉੱਥੇ ਜਿਹੜੀ ਕੈਨੇਡਾ ਅੰਬੈਸੀ ਦਿਖਾ ਦੇਗੀ ਜਿਹੜਾ ICCRC ਮੈਂਬਰਸ ਦੀ ਲਿਸਟ। ਮਤਲਬ ਇਹ ਕਿ ਅਸੀਂ 100% ਲੀਗਲੀ ਜੈਨੂਅਨਲੀ ਕੰਮ ਕਰਦੇ ਹਾਂ। ਇਸ ਕਰਕੇ ਅਸੀਂ ਕੋਈ ਵੀ ਇਲੀਗਲ ਦਾ ਸਵਾਲ ਹੀ ਨਹੀਂ ਹੁੰਦਾ। ਅਤੇ ਜਿਹੜੀ ਤੁਸੀਂ ਗੱਲ ਕਰਦੇ ਸੀਗੇ, ਉਹਨੇ ਗੱਲ ਕੀਤੀ ਕਿ ਪੈਸਿਆਂ ਦੀ ਜਿਹੜੀ ਹੈਗੀ ਆ, ਕੋਈ ਵੀ ਗੌਰਮੈਂਟ, ਕੋਈ ਵੀ ਅੰਬੈਸੀ ਅਲਾਓ ਨਹੀਂ ਕਰਦੀ ਕਿ ਪੈਸੇ ਸਟੂਡੈਂਟ ਦੇ ਇਲਾਵਾ ਕੋਈ ਹੋਰ ਕੰਸਲਟੈਂਟ ਆਪਣੇ ਕੋਲੋਂ ਭਰੇ ਅਤੇ ਆਫਟਰ ਵੀਜ਼ਾ ਲਵੇ ਜਾਂ ਪੈਕੇਜ ਲਵੇ। ਇਹ ਸਾਰੇ ਕੈਨੇਡਾ ਅੰਬੈਸੀ ਔਰ ਸਰਕਾਰ, ਚਾਹੇ ਕੋਈ ਵੀ ਕਿਸੇ ਵੀ ਕੰਟਰੀ ਦੀ ਹੈ, ਸਰਕਾਰ ਵੱਲੋਂ ਔਰ ਅੰਬੈਸੀਆਂ ਵੱਲੋਂ ਇਹ ਮਨਜ਼ੂਰ ਨਹੀਂ ਹੈਗਾ, ਲੀਗਲ ਜੈਨੂਅਨ ਨਹੀਂ ਹੈਗਾ। ਸੋ ਉਹੀ ਜਿਹੜਾ ਉਹਨਾਂ ਦੇ ਰੂਲਸ ਨੇ, ਪੋਲਿਸੀਜ਼ ਨੇ, ਕੈਨੇਡਾ ਅੰਬੈਸੀ ਜਾਂ ਦੂਸਰੀ ਕੰਟਰੀਜ਼ ਦੀ ਅੰਬੈਸੀਜ਼ ਦੀ ਵੈਬਸਾਈਟ 'ਤੇ ਰੂਲਸ ਦਿੱਤੇ ਹੋਏ ਨੇ। ਅੱਜ ਦੇ ਦਿਨ ਦੇਖੀਏ ਤਾਂ 1 ਸਾਲ ਦੀ ਫੀਸ ਪ੍ਰੈਫਰਡ, ਅਦਰਵਾਈਜ਼ ਘੱਟੋ ਘੱਟ 1 ਸਮੈਸਟਰ ਦੀ ਫੀਸ ਕਾਲਜ ਦੀ ਭਰਨੀ ਹੈ ਸਟੂਡੈਂਟ ਜਾਂ ਉਸਦੇ ਪੇਰੈਂਟਸ ਜਾਂ ਕਿਸੇ ਰਿਲੇਟਿਵ ਨੇ ਆਪਣੇ ਅਕਾਊਂਟ ਤੋਂ, ਕਿਸੇ ਕੰਸਲਟੈਂਟ ਦੇ ਨਹੀਂ। ਔਰ GIC ਸਟੂਡੈਂਟ ਨੇ ਭਰਨਾ ਨਾ, ਬਿਲਕੁਲ ਸਟੂਡੈਂਟ ਜਾਂ ਉਸਦੇ ਜਿਹੜੇ ਫੈਮਿਲੀ ਮੈਂਬਰਸ ਨੇ। ਔਰ ਐਡਵਾਂਸ ਪਹਿਲਾਂ ਭਰਨੀ ਹੈਗੀ ਆ, ਉਸ ਦੀ ਰਸੀਦ ਜਿਹੜੀ ਹੈ ਫਾਈਲ ਦੇ ਵਿੱਚ ਲੱਗੇਗੀ। $10,000 ਜਿਹੜੀ ਹੈ GIC ਜਿਹੜੀ ਹੈ ਲਿਵਿੰਗ ਐਕਸਪੈਂਸ ਦੇ ਤੌਰ 'ਤੇ ਪਹਿਲਾਂ ਐਡਵਾਂਸ ਲੱਗੇਗੀ। ਔਰ IELTS, PTE ਜਾਂ TOEFL ਕੀਤਾ ਹੋਵੇ, ਇਹ ਬੜੇ ਕੋਲ ਜਿਹੜੇ ਬਿਲਕੁਲ ਸੈੱਟ ਜਿਹੜੇ ਪ੍ਰੋਸੈਸ ਨੇ। ਔਰ IELTS ਵਗੈਰਾ ਕੀਤਾ ਹੋਵੇ ਔਰ ਇਹ ਸਾਰੀਆਂ ਰਸੀਦਾਂ ਨਾਲ ਲੱਗੀਆਂ ਹੋਣ, ਡਾਕੂਮੈਂਟਸ ਐਜੂਕੇਸ਼ਨ ਦੇ ਨਾਲ ਲੱਗਣਗੇ। ਆਫ ਕੋਰਸ ਜਿਹੜੀ ਸੰਧੂ ਸਾਹਿਬ ਤੁਸੀਂ ਗੱਲ ਕੀਤੀ ਕਿ ਵੀ ਫਾਈਨੈਂਸ ਦੀ ਆਫਟਰ ਵੀਜ਼ਾ ਲੱਗੇ, ਬੜੇ ਸਾਲਾਂ ਤੋਂ ਚੱਲਦਾ ਆ ਰਿਹਾ ਹੈਗਾ। ਔਰ ਗਲਤ ਤਰੀਕੇ ਦੇ ਜਿਹੜੇ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਨੇ, ਇਹ ਤਾਂ ਬਹੁਤ ਪੁਰਾਣੇ। ਔਰ ਮੈਂ ਹਰਿਆਣਾ ਦੇ ਵਿੱਚ ਰੀਸੈਂਟਲੀ ਸੈਮੀਨਾਰ ਲਗਾਏ, ਹੁਣ ਅੱਗੇ ਆਉਣ ਵਾਲੇ ਟਾਈਮ ਵਿੱਚ ਪੰਜਾਬ ਵਿੱਚ ਲਗਾ ਰਹੇ ਹਾਂ। ਲੇਕਿਨ ਹਰਿਆਣਾ ਦੇ ਕੁਝ ਸ਼ਹਿਰਾਂ ਦੇ ਵਿੱਚ ਅਤੇ ਉੱਥੇ ਕੁਝ ਲੋਕ ਗੱਲਬਾਤ ਕਰਦੇ ਪਏ ਜੀ, ਕਹਿੰਦੇ ਜੀ ਇੱਥੇ ਹਰਿਆਣਾ ਦੇ ਵਿੱਚ ਡੋਂਕੀ ਦਾ ਬਹੁਤ ਜ਼ਿਆਦਾ ਰਿਵਾਜ ਹੈਗਾ। ਬਿਲਕੁਲ, ਕਰਨਾਲ ਸਾਈਡ ਬੜਾ ਫੇਮਸ ਹੈ ਇਸ ਚੀਜ਼ ਨੂੰ ਲੈ ਕੇ ਕਿ USA ਜਾਣਾ ਜੀ, ਭਾਵੇਂ ਜੰਗਲਾਂ 'ਚੋਂ ਜਾਈਏ, ਪਾਣੀ 'ਚੋਂ ਜਾਈਏ, ਬਿਨਾਂ ਕਿਸ਼ਤੀਆਂ 'ਚੋਂ ਚਲੇ ਜਾਈਏ, ਜਹਾਜ਼ ਨਹੀਂ ਚੜ੍ਹਨਾ, ਲੀਗਲ ਤਰੀਕਾ ਨਹੀਂ। ਬਿਲਕੁਲ ਤੁਸੀਂ ਠੀਕ ਹੈ। ਕਿੰਨੀ ਅਖਬਾਰਾਂ 'ਚ ਆਉਂਦੀਆਂ, ਕਿੰਨੇ ਆਪਾਂ ਇਸ ਗੱਲ ਨੂੰ ਬੜਾ ਤੋਹੀਨ ਕੀਤੀ, ਇਸ ਗੱਲ ਦੀ ਬੜਾ ਨਿਖੇਧੀ ਕੀਤੀ ਕਿ ਬਈ, ਔਰ ਬੜੀ ਵਾਰੀ ਇਹ ਆਪਾਂ ਸੋਚਿਆ ਕਿ ਇਹ ਚੀਜ਼ ਠੀਕ ਨਹੀਂ ਹੈਗੀ ਆ। ਬੱਚੇ ਮਾਰੇ ਜਾਂਦੇ ਨੇ, ਰਸਤੇ 'ਚ ਖੱਜਲ ਖਰਾਬ ਹੁੰਦੇ ਨੇ, ਕਿੰਨੀ ਪਰੇਸ਼ਾਨੀ ਹੁੰਦੀ ਹੈ ਔਰ ਤਕਲੀਫ ਆਉਂਦੀ ਹੈ। ਔਰ ਇਹ ਇਲੀਗਲ ਰਸਤਾ ਹੈਗਾ, ਨਾ ਹੀ ਕੰਸਲਟੈਂਟ ਨੂੰ ਚੁਣਨਾ ਚਾਹੀਦਾ, ਨਾ ਹੀ ਜਾਣ ਵਾਲੇ ਲੋਕਾਂ ਨੂੰ ਇਸ ਨੂੰ ਵਧਾਵਾ ਦੇਣਾ ਚਾਹੀਦਾ, ਚੁਣਨਾ ਨਹੀਂ ਚਾਹੀਦਾ। ਲੇਕਿਨ ਫਿਰ ਵੀ ਅੱਜ ਵੀ ਉਹੀ ਚੱਲੀ ਜਾਂਦਾ ਹੈਗਾ। ਲੇਕਿਨ
ਜਿਹੜੇ ਜਾਇਜ਼ ਰਸਤੇ ਹੁਣ ਅਸੀਂ ਉਸ ਚੀਜ਼ ਵੱਲ ਕਦੇ ਝਾਕ ਵੀ ਨਹੀਂ ਸਕਦੇ, ਅਸੀਂ ਉਸ ਚੀਜ਼ ਵੱਲ ਕਦੇ ਜਾ ਹੀ ਨਹੀਂ ਸਕਦੇ। ਔਰ ਜਿਹੜੇ ਲੀਗਲ ਰਸਤੇ ਨੇ, ਕੈਨੇਡਾ ਅੰਬੈਸੀ ਜਾਂ ਕਿਸੇ ਵੀ ਕੰਟਰੀ ਦੀ ਅੰਬੈਸੀ ਨੇ ਸਾਰੇ ਜਿਹੜੇ ਸਹੀ ਤਰੀਕੇ ਨੇ ਆਪਣੀ ਵੈਬਸਾਈਟ ਤੇ ਪਾਲਿਸੀਜ਼ ਵਿੱਚ ਲਿਖੀਆਂ ਹੋਈਆਂ ਨੇ, ਇਹ ਕੈਟਾਗਰੀਜ਼ ਨੇ, ਉਸ ਦੇ ਵਿੱਚ ਜਿਹੜੇ ਨੇ ਡਾਕੂਮੈਂਟ ਚਾਹੀਦੇ ਨੇ, ਇਹ ਰਿਕੁਆਇਰਮੈਂਟਸ ਨੇ। ਅਗਰ ਪੂਰੀਆਂ ਹੁੰਦੀਆਂ ਇਸ ਤਰੀਕੇ ਨਾਲ ਅਪਲਾਈ ਕਰਨਾ ਤੇ ਉਹ ਲੀਗਲ ਤਰੀਕੇ ਨਾਲ ਉੱਥੇ ਜਾ ਕੇ ਸਟੱਡੀ ਵੀਜ਼ਾ ਦੀ ਗੱਲ ਕਰੀਏ ਤੇ ਜਿਹੜਾ ਐਜੂਕੇਟਿਡ +2 ਜਾਂ ਗ੍ਰੈਜੂਏਟ ਜਾਣਗੇ, ਮਾਸਟਰਸ ਵੀ ਜਾ ਸਕਦੇ ਨੇ ਆਫ ਕੋਰਸ। ਸੋ ਇਹ ਜਿਹੜਾ 12ਵੀਂ ਤੋਂ ਬਾਅਦ ਜਿੰਨੀ ਵੀ ਐਜੂਕੇਸ਼ਨ ਹੈਗੀ ਹੈ ਆਈਲੈਟਸ ਕੀਤੀ ਹੋਣੀ ਚਾਹੀਦੀ ਹੈ, ਆਈਲੈਟਸ PTE ਜਾਂ ਟੋਫਲ, ਔਰ ਫਾਈਲ ਲਗਾ ਕੇ ਉੱਥੇ ਜਿਹੜੀ ਹੈ ਸਟੱਡੀ ਪਰਮਿਟ, ਉੱਥੇ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੋਂ ਉੱਥੇ PR, ਔਰ ਬਿਲਕੁਲ ਬੜਾ ਸੌਖਾ ਸਿੱਧਾ ਵਧੀਆ ਤਰੀਕਾ ਹੈਗਾ। ਥੋੜ੍ਹੀ ਜਿਹੀ ਉੱਥੇ ਜਾ ਕੇ ਪੜ੍ਹਾਈ ਕਰਨੀ ਪੈਣੀ ਹੈ, ਬੜੀ ਜੈਨੂਅਨ ਜੀ ਫੀਸ ਹੈਗੀ ਹੈ, ਬਾਕੀ ਕੰਟਰੀਆਂ ਦੇ ਮੁਕਾਬਲੇ ਕੈਨੇਡਾ ਦੀ ਘੱਟ ਫੀਸ, ਔਰ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਹੀ ਮਤਲਬ 2 ਸਾਲ ਦਾ ਕੋਰਸ ਜਿਹੜਾ 4-4 ਮਹੀਨੇ ਦੇ 4 ਸਮੈਸਟਰ, 16 ਮਹੀਨੇ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ, ਇਹ ਸਾਰਾ ਸੈੱਟ ਪ੍ਰੋਸੀਜਰ ਹੈ। ਔਰ 3 ਸਾਲ ਦੇ ਵਰਕ ਪਰਮਿਟ ਦੇ ਵਿੱਚ ਪਹਿਲੇ ਹੀ ਸਾਲ ਬੱਚੇ 2-2 ਸ਼ਿਫਟਾਂ ਵਿੱਚ ਕੰਮ ਕਰਕੇ ਸਾਲ 1.5 ਸਾਲ ਦੇ ਵਿੱਚ ਪੁਰਾਣੇ ਸਾਰੇ ਜਿਹੜੇ ਖਰਚੇ ਕੀਤੇ ਨੇ ਉਹ ਪੂਰੇ ਕਰ ਲੈਂਦੇ ਨੇ। ਸੋ ਇਹ ਲੀਗਲ ਜਿਹੜੇ ਰਸਤੇ ਨੇ ਇਹੀ ਜਿਹੜੇ ਹੈ ਕਰਨੇ ਚਾਹੀਦੇ ਨੇ, ਔਰ ਅਸੀਂ ਉਸ ਦੇ ਵਾਸਤੇ ਜਿਹੜੇ ਇਹ ਸਟੂਡੈਂਟਸ ਪੇਰੈਂਟਸ ਮਿਲਦੇ ਨੇ। ਔਰ ਜਿਹੜੇ ਗਲਤ ਰਸਤੇ ਨੇ, ਆਪਾਂ ਜਿਸ ਤਰ੍ਹਾਂ ਆਫ ਦੀ ਰਿਕਾਰਡ ਸੰਧੂ ਸਾਹਿਬ ਗੱਲ ਕਰ ਰਹੇ ਸੀ, ਗਲਤ ਰਸਤੇ ਦੇ ਵਿੱਚ ਆਪਾਂ ਪੈਕੇਜ ਕਰ ਲਿਆ, ਆਫਟਰ ਵੀਜ਼ਾ ਸਾਰੀ ਫੀਸ ਕਰ ਲਈ, ਪਹਿਲਾਂ ਸਟੂਡੈਂਟ ਨੇ ਕੁਝ ਵੀ ਨਹੀਂ ਪੇ ਕੀਤਾ, ਅੰਬੈਸੀ ਨੂੰ ਜਿਹੜੀ ਕਾਲਜ ਨੂੰ ਵੀ ਨਹੀਂ ਪੇ ਕੀਤਾ, GIC ਵੀ ਨਹੀਂ ਪੇ ਕੀਤੀ, ਗਲਤ ਡਾਕੂਮੈਂਟ ਦਾ ਮਤਲਬ ਗਲਤ ਰਸੀਦ। ਮੈਂ ਇੱਥੇ ਰੋਕ ਰਿਹਾ ਤੁਹਾਨੂੰ, ਬਿਲਕੁਲ ਬਹੁਤ ਵਧੀਆ ਤੁਸੀਂ ਗੱਲ ਕਰ ਰਹੇ ਹੋ, ਮੈਂ ਇਸ ਕਰਕੇ ਰੋਕ ਰਿਹਾ। ਤੇ ਕਈਆਂ ਦੇ ਮਨ 'ਚ ਹੋਊਗਾ ਕੋਈ ਨਹੀਂ ਜੀ ਗਲਤ ਲਾ ਲਿਆ, ਪਹੁੰਚ ਤਾਂ ਗਏ ਜੀ, ਵੈਸੇ ਤਾਂ ਜਾਣਾ ਨਹੀਂ ਸੀ। ਮੈਂ ਇਸ ਕਰਕੇ ਤੁਹਾਨੂੰ ਰੋਕਿਆ ਹੈ। ਇਹਨਾਂ ਦਾ ਫਿਊਚਰ ਹੈ ਕੋਈ, ਜੇ ਕਿਸੇ ਦਾ ਦਾਅ ਲੱਗ ਜਾਂਦਾ ਹੈ, ਜੇ ਬੰਦੇ ਦਾ ਜਿਹਦਾ ਕੋਈ ਵੈਬਸਾਈਟ ਦੇ ਉੱਪਰ ਸਿਰ ਪੈਰ ਹੀ ਨਹੀਂ ਹੈ ਔਰ ਕਾਗਜ਼ ਹੀ ਗਲਤ ਲੱਗੇ ਹੋਏ ਨੇ, ਜਦੋਂ ਉਹਨਾਂ ਨੇ ਪੱਕੇ ਹੋਣਾ ਹੈ, ਚਾਹੇ ਉਹ CC 'ਚ ਹੋਣਾ ਹੈ, ਫੈਡਰਲ 'ਚ ਹੋਣਾ ਹੈ, PNP 'ਚ ਹੋਣਾ ਹੈ, ਕਿਸੇ ਵੀ ਕੈਟਾਗਰੀ 'ਚ ਹੋਣਾ ਹੈ, ਓਵਰਆਲ ਵੈਸ ਤਾਂ ਹੋਣੀ ਹੈ ਡਾਕਟਰ ਸਾਹਿਬ। ਬਿਲਕੁਲ ਵੈਸ ਹੋਏਗੀ, WS ਤਾਂ ਹੋਏਗੀ ਨਾ, ਵਰਲਡ ਐਜੂਕੇਸ਼ਨ ਸਰਵਿਸ ਜਿਹੜੀ ਕੈਨੇਡਾ ਦੀ, ਉਹ ਵੈਰੀਫਾਈ ਕਰੇਗੀ ਤੁਹਾਡੀ ਐਜੂਕੇਸ਼ਨ ਨੂੰ, ਤੁਸੀਂ ਕਿਵੇਂ ਆਏ ਸੀ, ਆਇਲਸ ਕਿੱਥੋਂ ਦਿੱਤੀ ਸੀ, ਫੀਸ ਰਸੀਦ ਕਿਹਦੇ ਕੋਲ ਪੜ੍ਹੇ। ਕਿ ਤੁਹਾਨੂੰ ਲੱਗਦਾ ਕਿ ਲੋਕ ਕਾਮਯਾਬ ਹੋਣਗੇ, ਵਾਪਸੀ ਨਹੀਂ ਸ਼ੁਰੂ ਹੋਏਗੀ 2022-23 ਦਿੱਕਤ ਆਏਗੀ ਔਰ ਵਾਪਸ ਆਉਣਾ ਪਏਗਾ। ਔਰ ਇੱਥੋਂ ਜਾ ਕੇ ਕੈਨੇਡਾ ਅੰਬੈਸੀ ਜਦੋਂ ਪੋਰਟ ਆਫ ਐਂਟਰੀ ਦਾ ਮਤਲਬ ਇੱਥੇ 에ਅਰਪੋਰਟ, ਕੈਨੇਡੀਅਨ 에ਅਰਪੋਰਟ ਤੇ ਉਤਰਾਂਗੇ, ਉੱਥੇ ਇੰਟਰਵਿਊ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਡਾਕੂਮੈਂਟਸ ਦੇਖੇ ਜਾਂਦੇ ਕਿਤੇ ਵੀ। ਔਰ ਕਈ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਕਿ ਵਾਪਸ ਉਹਨਾਂ ਨੂੰ ਭੇਜ ਦਿੱਤਾ ਗਿਆ। ਫੰਡਸ ਵੀ ਈਵਨ ਕਿ ਰੀਸੈਂਟਲੀ ਜਿਹੜਾ ਤਕਰੀਬਨ ਕੋਈ ਮਹੀਨੇ 1.5 ਮਹੀਨੇ ਪਹਿਲਾਂ ਇਹ ਸਾਰੀ ਗੱਲਬਾਤ ਕਾਫੀ ਫੈਲੀ ਸੀਗੀ ਕਿ ਮੌਂਟਰੀਅਲ 에ਅਰਪੋਰਟ ਤੇ ਉਹਨਾਂ ਨੇ ਪੁੱਛਿਆ ਸੀ ਕਿ ਹੁਣ ਤੁਹਾਡੇ ਕੋਲੇ ਅੱਗੇ ਦੀ ਪੜ੍ਹਾਈ ਵਾਸਤੇ ਕਿੰਨੇ ਫੰਡਸ ਨੇ, ਕਿਉਂਕਿ 1 ਸਾਲ ਦੇ ਬੱਚੇ ਨੇ 1 ਸਾਲ ਦੇ ਤਕਰੀਬਨ $16,000 ਭਰੇ ਹੋਏ ਸੀ, $10,000 GIC ਵੀ ਸੀਗੇ। ਔਰ ਉਹਨਾਂ ਨੇ ਪੁੱਛਿਆ ਕਿ ਹੁਣ ਅੱਗੇ ਵਾਸਤੇ ਪੜ੍ਹਾਈ ਜਿਹੜੀ ਤੁਹਾਡੀ 2 ਸਾਲ ਦੀ ਆ ਉਸ ਦੇ ਵਾਸਤੇ ਕਿੰਨੇ ਹੋਰ ਫੰਡਸ ਨੇ। ਤੇ ਬੱਚੇ ਨੇ ਜਿੰਨੇ ਲੋੜ ਸੀਗੀ 1 ਸਾਲ ਦੇ ਫੰਡਸ ਦੀ, $16,000 ਜਿਹੜੀ ਹੈ 1 ਸਾਲ ਦੀ ਫੀਸ ਔਰ $10,000 ਹੋਰ ਲਿਵਿੰਗ ਐਕਸਪੈਂਸ ਜਿਹੜੇ $26,000 ਕਹਿੰਦੇ ਸੀਗੇ, ਘੱਟ ਦੱਸਿਆ ਤੇ ਉਹਨਾਂ ਨੇ ਵਾਪਸ ਮੋੜ ਦਿੱਤਾ। ਉਹਨਾਂ ਨੇ ਪ੍ਰੂਫ ਮੰਗ ਲਏ ਸੀਗੇ ਕਿ ਤੁਸੀਂ ਪ੍ਰੂਫ ਦਿਖਾਓ, ਔਰ ਕਿਉਂਕਿ ਬੱਚੇ ਨੇ ਘੱਟ ਦੱਸੇ ਤੇ ਉਹਨਾਂ ਨੂੰ ਉਸ ਬੱਚੇ ਨੂੰ 2 ਬੱਚਿਆਂ ਨੂੰ ਵਾਪਸ ਮੋੜ ਦਿੱਤਾ। ਡਾਕਟਰ ਸਾਹਿਬ ਮੇਰਾ ਇੱਕ ਸਵਾਲ ਇਹ ਹੈਗਾ ਕਿ ਇੱਕ ਤਾਂ ਉਹਨੂੰ ਮੈਂ ਥੋੜਾ ਪੈਂਡਿੰਗ ਰੱਖੂੰਗਾ ਕਿ ਤੁਹਾਡੇ ਤਜਰਬੇ ਮੁਤਾਬਕ ਕੈਨੇਡਾ ਦੇ ਅਨੁਸਾਰ ਭਾਰਤ ਦੇ ਪੰਜਾਬ ਤੇ ਜਿਹੜੀਆਂ ਨਜ਼ਰਾਂ ਨੇ ਇਸ ਵਕਤ, ਉਹ ਕਿਹੜੀ ਚੀਜ਼ 'ਚ ਸਖਤਾਈ ਹੋ ਸਕਦੀ ਹੈ? 22 ਦੇ ਜਨਵਰੀ 'ਚ ਲਈ ਵੀਜ਼ਾ ਲੈਣ ਦੇ ਸਹੀ ਕਾਗਜ਼ਾਤ ਦਾ ਤਰੀਕਾ ਕੀ ਹੋਊਗਾ? ਉਸ ਤੋਂ ਪਹਿਲਾਂ ਇੱਕ ਅਹਿਮ ਸਵਾਲ ਹੈਗਾ ਇਸ ਵਕਤ, ਜਿਨ੍ਹਾਂ ਨੇ ਜਾਣਾ ਹੈਗਾ ਉਹਨਾਂ ਨੂੰ ਸਹੀ ਜਾਣਕਾਰੀ ਬਤੌਰ ICCRC ਮੈਂਬਰ ਨਹੀਂ ਮਿਲਦੀ। TV ਰਾਹੀਂ ਤੁਸੀਂ ਜਾਣਕਾਰੀ ਦੇ ਦਿੰਦੇ ਹੋ, ਪਰਸਨਲ ਤੁਹਾਨੂੰ ਬੱਚੇ ਮਿਲਣੇ। ਕਈ ਵਾਰ ਕੀ ਹੁੰਦਾ ਕਿ ਸਾਡੇ ਸ਼ਹਿਰ ਆ ਕੇ ਕੋਈ ਵਿਜ਼ਿਟ ਕਰੇ, ਕੀ ਕੋਈ ਸੈਮੀਨਾਰਾਂ ਦਾ ਸਿਲਸਿਲਾ ਬਹੁਤ ਨੇੜੇ ਤੇੜੇ ਹੈਗਾ? ਬਿਲਕੁਲ, ਅਸੀਂ ਇਹ ਲਗਾਉਂਦੇ ਰਹਿੰਦੇ ਹੈਗੇ ਪਿਛਲੇ 1.5 ਮਹੀਨੇ ਤੋਂ। ਸਾਰੇ ਪੰਜਾਬ ਦੇ ਸ਼ਹਿਰਾਂ 'ਚ ਵੀ, ਹਰਿਆਣਾ ਦੇ ਵਿੱਚ ਵੀ ਅਸੀਂ ਸੈਮੀਨਾਰ ਲਗਾਏ। ਆਉਣ ਵਾਲੇ ਟਾਈਮ ਦੇ ਵਿੱਚ 23 ਤਰੀਕ ਨੂੰ ਜਲੰਧਰ ਔਰ 24 ਤਰੀਕ ਨੂੰ ਅੰਮ੍ਰਿਤਸਰ ਸਾਹਿਬ, 25 ਤਰੀਕ ਨੂੰ ਲੁਧਿਆਣਾ, 1 ਅਕਤੂਬਰ ਨੂੰ ਫਿਰੋਜ਼ਪੁਰ, 2 ਅਕਤੂਬਰ ਨੂੰ ਬਠਿੰਡਾ, 3 ਨੂੰ ਬਰਨਾਲਾ ਦੇ ਵਿੱਚ ਸਾਰੀਆਂ ਟੀਮਾਂ ਸੈਮੀਨਾਰ ਦੇ ਵਿੱਚ ਹੋਣਗੀਆਂ। ਇਸ ਦੀ ਡਿਟੇਲ ਵਾਸਤੇ 70613 ਜਿਹੜਾ ਆਫਿਸ ਦਾ ਫੋਨ ਹੈਗਾ ਪਾਇਨੀਅਰ ਇਮੀਗ੍ਰੇਸ਼ਨ ਦਾ, ਉੱਥੇ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਹੋ ਔਰ ਡਿਟੇਲਸ ਲੈ ਸਕਦੇ ਹੋ ਕਿ ਇਸ ਸੈਮੀਨਾਰ ਦੀ ਵੈਨਿਊ ਕੀ ਹੋਏਗਾ, ਕਿੱਥੇ ਹੋਏਗਾ। ਐਪਲੀਕੇਸ਼ਨ ਫੀਸ ਕਾਲਜ ਦੀ ਜਿਹੜੀ ਹੈ ਵੇਵਡ ਆਫ ਹੈਗੀ ਹੈ। ਕੰਪਨੀ ਫੀਸ ਜਿਹੜੀ ਅਦਰਵਾਈਜ਼ ਵੀ ਅਸੀਂ 2000 ਲੈਂਦੇ ਹਾਂ ਸਿਰਫ, ਕਿਉਂਕਿ ਅਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਹਾਂ ਕਾਲਜਿਸ ਯੂਨੀਵਰਸਿਟੀਜ਼ ਦੇ, ਤੇ ਸਾਨੂੰ ਜਿਹੜੇ ਆਫਿਸ ਦੇ ਖਰਚੇ ਉਹ ਦਿੰਦੇ ਨੇ। ਸਿਰਫ 2000 ਕਾਗਜ਼ਾਂ ਦੀ ਫੀਸ ਤੁਹਾਡੇ ਕੋਲੋਂ, ਉਹ ਵੀ ਜਿਹੜੇ ਸੈਮੀਨਾਰ ਦੇ ਵਿੱਚ ਵੇਵਡ ਆਫ ਸਿਲੈਕਟਡ ਸਟੂਡੈਂਟਸ ਕੋਲੋਂ ਜਿਨ੍ਹਾਂ ਦੇ ਮਾਰਕਸ ਠੀਕ ਹੋਣਗੇ, ਬੈਂਡਸ ਠੀਕ ਹੋਣਗੇ। ਤੇ ਸਾਰੀਆਂ ਟੀਮਾਂ ਜਿਹੜੀਆਂ, ਫਾਈਲਿੰਗ ਟੀਮ ਜਿਹੜੀ ਹੈਗੀ ਆ, ਕਾਉਂਸਲਿੰਗ ਟੀਮ, ਮੈਂ ਖੁਦ ਸਟੂਡੈਂਟਸ ਪੇਰੈਂਟਸ ਨੂੰ ਮਿਲਾਂਗਾ ਔਰ ਸਾਰੀ ਇਨਫੋਰਮੇਸ਼ਨ ਸਾਂਝੀ ਕਰਾਂਗੇ। ਡਾਕਟਰ ਸਾਹਿਬ ਜਿਹੜਾ ਅਹਿਮ ਸਵਾਲ ਹੈ ਇਸ ਵਕਤ,
ਕਾਗਜ਼ਾਤ ਨੂੰ ਲੈ ਕੇ ਜਾਂ ਸਖਤੀ ਨੂੰ ਲੈ ਕੇ ਜਾਂ ਕਿਹੜੇ ਕਾਨੂੰਨ ਤਹਿਤ ਫਾਈਲ ਲਾਈ ਜਾਵੇ 22 ਦੇ ਵਿੱਚ, ਕਿਸ ਤਰ੍ਹਾਂ ਦਾ ਕੈਨੇਡਾ ਰੁਖ ਅਖਤਿਆਰ ਕਰੇਗਾ ਔਰ ਬੱਚਿਆਂ ਨੂੰ ਕਿਵੇਂ ਤਿਆਰ ਹੋਣਾ ਚਾਹੀਦਾ ਹੈ 22 ਦੀਆਂ ਫਾਈਲਾਂ ਵਾਸਤੇ? ਬਿਲਕੁਲ, ਦੇਖੋ ਫਿਲਹਾਲ ਰੂਲਸ ਕੋਈ ਚੇਂਜ ਨਹੀਂ ਹੋਏ, ਉਸੇ ਤਰੀਕੇ ਨਾਲ SDS ਦੇ ਵਿੱਚ 6 ਈਚ ਹੋਣੇ ਚਾਹੀਦੇ ਨੇ ਔਰ 1 ਸਾਲ ਦੀ ਫੀਸ ਭਰਨੀ ਜ਼ਰੂਰੀ ਹੈਗੀ ਹੈ। GIC ਦੇ $10,000 ਜਿਹੜੇ ਨੇ ਉਹ ਭਰਨੇ ਨੇ ਔਰ ਆਫ ਕੋਰਸ ਜਿਹੜੇ ਨੇ ਐਜੂਕੇਸ਼ਨਲ ਡਾਕੂਮੈਂਟਸ ਭਰਨੇ ਹੈਗੇ ਨੇ ਲਗਾਣੇ। ਕਈ ਲੋਕ ਜਿਹੜੇ ਹੈਗੇ ਕਹਿੰਦੇ ਜੀ CA ਰਿਪੋਰਟ, ਪ੍ਰਾਪਰਟੀ ਦੇ ਡਾਕੂਮੈਂਟਸ ਔਰ ਇਨਕਮ ਦੇ ਡਾਕੂਮੈਂਟਸ ਦੇ ਵੀ ਨਹੀਂ ਲੱਗਣੇ ਔਰ ਆ ਜਿਹੜੇ CA ਰਿਪੋਰਟ ਦੱਸੀ ਨਹੀਂ ਲੱਗਣੀ ਔਰ ਪ੍ਰਾਪਰਟੀ ਦੇ ਡਾਕੂਮੈਂਟ ਨਹੀਂ ਲੱਗਣੇ, ਈਵਨ ਕਿ ਬੈਂਕ ਦੇ ਫੰਡਸ ਵੀ ਨਹੀਂ ਲੱਗਣੇ। ਆਫ ਕੋਰਸ ਅਵੇਲੇਬਲ ਹੋਣ ਤਾਂ ਜ਼ਿਆਦਾ ਵਧੀਆ ਹੈਗਾ ਔਰ ਨਾਨ SDS ਜਾਂ ਜਨਰਲ ਕੈਟੇਗਰੀ ਜਿਹਨੂੰ ਕਹਿ ਦਿੰਦੇ ਆ ਉਸ ਦੇ ਵਿੱਚ PTE ਜਾਂ TOEFL ਵਾਲੇ ਵੀ ਅਪਲਾਈ ਕਰ ਸਕਦੇ ਨੇ। ਬੈਟਰ ਹੈਗਾ 1 ਸਾਲ ਦੀ ਫੀਸ, ਅਦਰਵਾਈਜ਼ 1 ਸਮੈਸਟਰ ਦੀ ਫੀਸ ਨਾਲ ਕਰ ਸਕਦੇ ਨੇ ਔਰ ਇੱਕ ਦੇ ਵਿੱਚ 5.5 ਬੈਂਡ ਦਾ ਮਤਲਬ ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ। ਸੋ ਇਹ ਜਿਹੜੇ ਨੇ ਲਗਾ ਸਕਦੇ ਨੇ। ਗੈਪ ਵੀ ਠੀਕ ਹੈਗਾ, ਲੇਕਿਨ ਜਿਨ੍ਹਾਂ ਨੇ ਕੁਛ ਨਾ ਕੁਛ ਕੀ ਕੀਤਾ ਪਿੱਛੇ, ਕੁਛ ਅਗਰ 2-3-4 ਸਾਲ ਦਾ ਗੈਪ ਸੀਗਾ ਤੇ ਉਸ ਦੇ ਵਿੱਚ ਕੀ ਕੀਤਾ, ਇਹ ਉਸ ਦੇ ਜਿਹੜੇ ਪ੍ਰੂਫ ਲਗਾਉਣੇ ਪੈਣਗੇ। ਸੋ ਹਾਲੇ ਰੂਲਸ ਤਾਂ ਚੇਂਜ ਨਹੀਂ ਹੋਏ, ਲੇਕਿਨ ਡੈਫੀਨੇਟਲੀ ਜਿਹੜੀ ਇਲੀਗਲ ਐਕਟੀਵਿਟੀਜ਼ ਨੇ ਕਿ ਉਹੀ ਕਿ ਕੰਸਲਟੈਂਟਸ ਨੇ ਫੀਸਾਂ ਭਰਤੀਆਂ ਜਾਂ GIC ਨਹੀਂ ਭਰਿਆ ਜਾਂ ਕੁਝ ਗਲਤ ਮਲਤ ਡਾਕੂਮੈਂਟ ਲਗਾ ਦਿੱਤੇ, ਉਸ ਦੇ ਉੱਪਰ ਇਹ ਕੋਰੋਨਾ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਕੈਨੇਡਾ ਅੰਬੈਸੀ ਨੇ ਸਖਤੀ ਦਾ ਰੁਖ ਇਖਤਿਆਰ ਕੀਤਾ ਹੈਗਾ ਔਰ ਸਟੂਡੈਂਟ ਨੂੰ ਧਿਆਨ ਰੱਖਣਾ ਚਾਹੀਦਾ। ਕੁਝ ਸਟੂਡੈਂਟਸ ਬੈਨ ਵੀ ਹੋ ਗਏ ਨੇ ਇਸ ਚੱਕਰ ਦੇ ਵਿੱਚ, ਜਿਵੇਂ ਇਹ ਗਲਤ ਡਾਕੂਮੈਂਟ ਕਿਸੇ ਕੰਸਲਟੈਂਟ ਨੇ ਲਗਾ ਦਿੱਤੇ ਔਰ ਬਾਅਦ ਦੇ ਵਿੱਚ ਦੇਖੋ ਇਹ ਸਟੂਡੈਂਟਸ ਇਹ ਸੋਚ ਲੈਂਦੇ ਨੇ ਕਿ ਅਗਰ ਕੋਈ ਇਸ ਤਰ੍ਹਾਂ ਦੇ ਡਾਕੂਮੈਂਟ ਹੋਏ ਕੰਸਲਟੈਂਟ ਨੇ ਲਾਏ ਆ, ਅਸੀਂ ਤਾਂ ਦਿੱਤੇ ਨਹੀਂ, ਅਸੀਂ ਤਾਂ ਲਾਏ ਨਹੀਂ। ਤੇ ਅੰਬੈਸੀ ਦੇ ਰੂਲ ਦੇ ਮੁਤਾਬਕ ਜੋ ਵੀ ਕੰਸਲਟੈਂਟ ਨੂੰ ਜਦ ਤੁਸੀਂ ਆਥੋਰਾਈਜੇਸ਼ਨ ਦੇ ਦਿੱਤੀ ਔਰ ਫਾਰਮਾਂ 'ਤੇ ਸਾਰੇ ਸਾਈਨ ਕਰ ਦਿੱਤਾ ਤੇ ਤੁਹਾਡੀ ਫਾਈਲ ਜਦੋਂ ਲੱਗ ਗਈ ਤੇ ਉਸ ਦੇ ਵਿੱਚ ਕੰਸਲਟੈਂਟ ਕੁਝ ਵੀ ਡਾਕੂਮੈਂਟ ਲਗਾ ਦੇਗਾ ਉਹ ਤੁਹਾਡੇ ਦੁਆਰਾ ਕੀਤਾ ਹੋਇਆ ਮੰਨਿਆ ਜਾਏਗਾ, ਤੁਹਾਡੇ ਦੁਆਰਾ ਹੀ ਡਾਕੂਮੈਂਟਸ ਲਗਾਏ ਮੰਨੇ ਜਾਣਗੇ ਔਰ ਅਗਰ ਕੋਈ ਬੈਨ ਲੱਗਿਆ ਉਹ ਤੁਹਾਨੂੰ ਉਸ ਨੂੰ ਮਨਜ਼ੂਰ ਕਰਨਾ ਪਏਗਾ, ਉਹ ਲੱਗੇਗਾ ਤੁਹਾਡੇ ਤੇ, ਉਸ ਦਾ ਕੋਈ ਬਹਾਨਾ ਨਹੀਂ ਚੱਲੇਗਾ ਜੀ। ਡਾਕਟਰ ਸਾਹਿਬ, ਇਸ ਵਕਤ ਸਥਿਤੀ ਇਹ ਹੈ ਕਿ ਬਹੁਤ ਵਿਦਿਆਰਥੀਆਂ ਨੇ ਫੀਸਾਂ ਭਰੀਆਂ, ਅਪਲਾਈ ਕੀਤਾ, AIP ਆ ਗਿਆ ਔਰ ਰੈਗੂਲਰ ਪੜ੍ਹਦੇ ਰਹੇ। ਇੱਕ ਕਹਾਣੀ ਤੁਸੀਂ ਮੈਨੂੰ 2 ਮਿੰਟ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਵੀ ਸੁਣਾ ਰਹੇ ਸੀ, ਤਾਂ ਹੀ ਮੇਰੇ ਮਨ 'ਚ ਇੱਕ ਸਵਾਲ ਆਇਆ। ਬੜੇ ਬੱਚਿਆਂ ਦੇ ਡਰ 'ਚ ਮਨ ਹੈ, ਮੈਂ ਜੀ ਰੈਗੂਲਰ ਪੜ੍ਹ ਰਿਹਾ, ਫੀਸਾਂ ਮੇਰੀਆਂ ਭਰੀਆਂ, AIP ਆ ਗਿਆ ਸੀ ਬਟ PPR ਨਹੀਂ ਆਈ, ਜਾਂ ਕਈਆਂ ਨਾਲ ਇਹ ਹੋ ਗਿਆ ਕਿ AIPP ਆਇਆ, ਜਦੋਂ PPR ਦੀ ਵਾਰੀ ਆਈ ਉਦੋਂ ਹੱਥ ਖੜੇ ਕਰਤੇ ਜੀ ਸੀ ਤੁਹਾਨੂੰ ਵੀਜ਼ਾ ਨਹੀਂ ਦੇਣਾ। ਇਹਨਾਂ ਹਾਲਾਤਾਂ 'ਚ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਔਰ ਕੀ ਮਦਦ ਕਰ ਸਕਦੇ ਹੋ ਰਿਫਿਊਜ਼ਲ ਵਾਲਿਆਂ ਦੀ ਜਾਂ ਜਿਹੜੇ ਰੈਗੂਲਰ ਪੜ੍ਹ ਰਹੇ ਨੇ ਜਿਹਨਾਂ ਨੂੰ ਡਰ ਹੈ ਮਨ ਦੇ ਵਿੱਚ ਕਿ ਰਿਫਿਊਜ਼ਲ ਨਾ ਆ ਜਾਵੇ? ਬਿਲਕੁਲ, ਦੇਖੋ ਸੰਧੂ ਸਾਹਿਬ, ਖਾਸ ਤੌਰ 'ਤੇ ਜਿਹੜੇ ਕੋਰੋਨਾ ਦੇ ਵਿੱਚ ਬੜੇ ਤਰ੍ਹਾਂ ਦੇ ਗੁੰਝਲਾਂ ਹੋਈਆਂ ਔਰ ਜਿਸ ਤਰ੍ਹਾਂ ਰੇਸ ਹੁੰਦੀ ਹੈ ਸਿੱਧੀ ਇਸ ਦੇ ਵਿੱਚ ਜਿਹੜਾ ਹੈ ਕੋਰੋਨਾ ਦੇ ਟਾਈਮ 'ਤੇ ਹਰਡਲ ਰੇਸ ਦਾ ਮਤਲਬ ਬੜੀ ਸਾਰੀ ਗੁੰਝਲਾਂ ਔਰ ਅੜਚਨਾ ਔਰ ਕੰਪਲੀਕੇਸ਼ਨਸ ਕੇਸਿਸ ਦੇ ਵਿੱਚ ਆਈਆਂ। ਈਵਨ ਕਿ AIPs ਜਿਹੜੀਆਂ ਨੇ ਇਸ ਕਰਕੇ ਅੰਬੈਸੀ ਨੇ ਕੀਤੀਆਂ ਸੀ ਸ਼ੁਰੂ ਕਿ ਜਿਹੜੇ ਸਟੂਡੈਂਟਸ ਦੀ ਪਰਸਨਲੀ ਜਾ ਕੇ ਬਾਇਓਮੈਟ੍ਰਿਕਸ ਨਹੀਂ ਹੋ ਸਕਦੇ ਸੀ, VFS ਬੰਦ ਸੀਗੇ ਤੇ ਅੰਬੈਸੀ ਨੇ AIP ਜਿਹੜੀ ਆ ਆਨਲਾਈਨ ਦੇ ਦਿੱਤੀ ਹੈ ਅਪਰੂਵਲ ਇਨ ਪ੍ਰਿੰਸੀਪਲ ਕਿ ਜਿਨ੍ਹਾਂ ਨੂੰ ਅਪਰੂਵਲ ਇਨ ਪ੍ਰਿੰਸੀਪਲ ਦੇ ਦੇਵਾਂਗੇ ਉਹ ਜਿਹੜੇ ਨੇ ਕਾਲਜਿਸ ਦੀ ਆਨਲਾਈਨ ਸਟੱਡੀ ਸ਼ੁਰੂ ਕਰ ਸਕਦੇ ਨੇ। ਸੋ ਕਾਲਜਿਸ ਨੇ ਵੀ ਅਲਾਉ ਕਰ ਦਿੱਤਾ ਔਰ ਸਟੂਡੈਂਟਸ ਨੇ ਕਿਸੇ ਨੇ 1 ਸਮੈਸਟਰ 2 ਸਮੈਸਟਰ 3 ਸਮੈਸਟਰ ਪੜ੍ਹ ਲਏ। ਉਹਨਾਂ ਦੇ ਜਿਹੜੇ ਈਵਨ ਖਾਸ ਤੌਰ 'ਤੇ ਕਿਊਬੈਕ ਦੇ ਕੇਸਿਸ ਜਿਹੜੇ ਨੇ ਉਹਨਾਂ ਦੇ ਜਿਹੜੇ ਰਿਜ਼ਲਟਸ ਪੈਂਡਿੰਗ ਰਹਿ ਗਏ ਔਰ AIP ਆਨ ਕਰਕੇ ਉਹਨਾਂ ਨੂੰ ਸੀਗਾ ਕਿ ਹੁਣ ਤਾਂ ਅਪਰੂਵਲ ਤਾਂ ਆਏਗੀ, ਵੀਜ਼ਾ ਤਾਂ ਆ ਹੀ ਜਾਣਾ, ਲੇਕਿਨ ਅਨਫੋਰਚੂਨੇਟਲੀ ਕਈ ਸਟੂਡੈਂਟਸ ਦੇ ਬਾਅਦ ਦੇ ਵਿੱਚ ਜਦੋਂ ਰਿਜ਼ਲਟਸ ਡਿਕਲੇਅਰ ਹੋਏ ਸਾਲ ਬਾਅਦ ਤੇ ਉਹਨਾਂ ਦੀ ਰਿਫਿਊਜ਼ਲ ਆ ਗਈ ਔਰ ਉਹਨਾਂ ਨੂੰ ਬੜੀ ਦਿੱਕਤ ਹੋਈ ਔਰ ਇਸੇ ਤਰੀਕੇ ਨਾਲ ਦੂਸਰੇ ਕਈ ਕਾਲਜਿਸ ਕਿਊਬੈਕ ਤੋਂ ਬਾਹਰ ਵੀ ਕਾਲਜਿਸ ਦੀ ਇਸੇ ਤਰੀਕੇ ਨਾਲ AIP ਆ ਗਈਆਂ ਔਰ ਬਾਅਦ ਦੇ ਵਿੱਚ ਰਿਫਿਊਜ਼ਲ ਹੋਈ। ਇਹ ਕਿ ਰਿਫਿਊਜ਼ਲ ਕਿਸੇ ਵੀ ਚਾਹੇ ਆਨਲਾਈਨ ਕਲਾਸਾਂ ਲੱਗੀਆਂ ਜਾਂ ਨਹੀਂ ਲੱਗੀਆਂ, ਈਵਨ ਖਾਸ ਤੌਰ 'ਤੇ ਜਿਨ੍ਹਾਂ ਦੀ ਲੱਗੀਆਂ ਉਹਨਾਂ ਦਾ ਸਾਲ ਖਰਾਬ ਹੋ ਜਾਣਾ ਸੀਗਾ ਤੇ ਅਗਰ ਰਿਫਿਊਜ਼ਲ ਹੋ ਗਈ ਦੁਬਾਰਾ ਉਸੇ ਕਾਲਜ ਦੇ ਵਿੱਚ, ਜੇ ਆਨਲਾਈਨ 1 ਸਾਲ ਦੀ ਸਟੱਡੀ ਕਰ ਲਈ, 8 ਮਹੀਨੇ ਦੀ ਕਰ ਲਈ, 12 ਮਹੀਨੇ ਦੀ ਕਰ ਲਈ ਤੇ ਉਹਨਾਂ ਦਾ ਰਿਫਿਊਜ਼ ਹੋ ਗਿਆ, ਦੁਬਾਰਾ ਉਸੇ ਕਾਲਜ ਦੇ ਲਈ ਅਪਲਾਈ ਕਰਾਂਗੇ ਇਹ ਕਹਿ ਕੇ ਕਿ ਜਿਹੜੀਆਂ ਪੁਰਾਣੀਆਂ ਤੁਹਾਡੀਆਂ ਜਿਹੜੇ ਟਰਾਂਸਕ੍ਰਿਪਟਸ ਹੈਗੀਆਂ, ਜਿਹੜੀਆਂ ਤੁਸੀਂ ਪੜ੍ਹਾਈ ਕੀਤੀ ਉਸ ਦੀ ਮਾਰਕਸ਼ੀਟਸ ਉਹ ਅੰਬੈਸੀ ਨੂੰ ਭੇਜਾਂਗੇ ਇਹ ਕਹਿ ਕੇ ਕਿ ਮੈਂ ਜਿਹੜੀ ਸਟੱਡੀ ਕੀਤੀ ਉਸ ਦੇ ਵਿੱਚ ਕਾਮਯਾਬ ਰਿਹਾ, ਸਕਸੈਸਫੁਲੀ ਉਹਨੂੰ ਕੰਪਲੀਟ ਕੀਤਾ ਔਰ ਮੈਨੂੰ ਇਹ ਦੁਬਾਰਾ ਰੀਕਨਸੀਡਰ ਕੀਤਾ ਜਾਵੇ ਔਰ ਵੀਜ਼ਾ ਦਿੱਤਾ ਜਾਵੇ। ਔਰ ਅਦਰਵਾਈਜ਼ ਜਿਨ੍ਹਾਂ ਨੇ ਨਹੀਂ ਵੀ ਆਨਲਾਈਨ ਕਲਾਸਿਸ ਲਾਈਆਂ ਉਹਨਾਂ ਦੇ ਦੁਬਾਰਾ ਅਪਲਾਈ ਕਰਕੇ ਰੀਅਪਲਾਈ ਕਰਕੇ, ਜਾਂ ਅਗਰ ਦੇਖੋ ਸੰਧੂ ਸਾਹਿਬ ਕਈ ਵਾਰੀ ਕੰਸਲਟੈਂਟਸ ਗਲਤੀਆਂ ਕਰਦੇ ਨੇ, ਜਿਸ ਤਰ੍ਹਾਂ ਕਿ ਗ੍ਰੈਜੂਏਟਸ ਜਿਹੜੇ ਨੇ
ਰੀਅਪਲਾਈ ਕਰਨ ਦਾ ਮਤਲਬ ਇਹ ਹੈਗਾ ਕਿ ਆਪਣੀ ਗਲਤੀ ਨਹੀਂ ਹੋਣੀ ਚਾਹੀਦੀ। ਕਾਲਜ ਕੋਰਸ ਦੀ ਸਿਲੈਕਸ਼ਨ ਸਹੀ ਹੋਣੀ ਚਾਹੀਦੀ ਹੈ। ਜੇ ਗ੍ਰੈਜੂਏਟ ਨੂੰ ਪੋਸਟ ਸੈਕੰਡਰੀ ਕੋਰਸ ਦੇਵਾਂਗੇ, ਗ੍ਰੈਜੂਏਟ ਨੂੰ 12ਵੀਂ ਤੋਂ ਬਾਅਦ ਵਾਲਾ, ਜਿਹੜੇ 12ਵੀਂ ਵਾਲੇ ਸਟੂਡੈਂਟਸ ਨੇ ਜਿਹੜਾ ਕੋਰਸ ਲੈਣਾ ਸੀ, ਅਗਰ ਉਹ ਪੋਸਟ ਸੈਕੰਡਰੀ ਕੋਰਸ ਦੇਵਾਂਗੇ ਤਾਂ ਰਿਫਿਊਜ਼ਲ ਦੇ ਚਾਂਸ ਹੋਣਗੇ। ਗ੍ਰੈਜੂਏਟ ਸ਼ੁੱਡ ਆਲਵੇਜ਼ ਅਪਲਾਈ ਫॉर ਅ ਪੋਸਟ ਗ੍ਰੈਜੂਏਟ ਪ੍ਰੋਗਰਾਮ। ਇਸੇ ਤਰੀਕੇ ਨਾਲ ਤੁਹਾਡੇ ਪ੍ਰੀਵੀਅਸ ਐਜੂਕੇਸ਼ਨ ਕੀ ਸੀਗੀ, ਜਿਹੜਾ ਰੈਲੇਵੈਂਟ ਪ੍ਰੋਗਰਾਮ ਹੋਵੇ, ਪਿਛਲੇ ਜਿਹੜੀ ਤੁਹਾਡੀ ਸਟੱਡੀ ਸੀਗੀ ਉਸ ਦੇ ਵਿੱਚ ਨੰਬਰ ਕਿਹੜੇ ਸਬਜੈਕਟਾਂ ਵਿੱਚ ਠੀਕ ਸੀਗੇ, ਉਸੇ ਦੇ ਨਾਲ ਜਿਹੜੇ ਰਲਵੇਂ ਮਿਲਵੇਂ ਮਤਲਬ ਰੈਲੇਵੈਂਟ ਪ੍ਰੋਗਰਾਮ ਚੂਜ਼ ਕੀਤਾ ਹੋਵੇ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਔਰ ਡਾਕੂਮੈਂਟ ਸਹੀ ਫਾਈਲ ਦੇ ਵਿੱਚ ਲੱਗੇ ਹੋਣ। ਅਤੇ ਅਗਰ ਰਿਫਿਊਜ਼ਲ ਹੋ ਗਈ ਹੈ ਤਾਂ ਅਸੀਂ SOP ਦੇ ਵਿੱਚ ਗੱਲਬਾਤ ਕਰਕੇ ਔਰ ਵੀਜ਼ਾ ਆਫਿਸਰ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਔਰ ਦੁਬਾਰਾ ਅਪਲਾਈ ਕਰਨ 'ਤੇ ਬਹੁਤ ਸਾਰੇ ਵੀਜ਼ਾ ਆਉਂਦੇ ਨੇ। ਕੈਨੇਡਾ ਜਿਹੜਾ ਹੈ 3 4 5 ਰਿਫਿਊਜ਼ਲਸ ਦੇ ਬਾਅਦ ਵੀ ਵੀਜ਼ਾ ਦੇ ਦਿੰਦਾ ਹੈ। ਡਰਨ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ। ਡਾਕਟਰ ਸਾਹਿਬ, ਚੱਲਦੇ ਹਾਂ 10 ਸਾਲ ਪਿੱਛੇ ਚੱਲਦੇ ਹਾਂ 2011-12 ਦੇ ਵਿੱਚ, ਜਦੋਂ 9 'ਚ SPP ਖੁੱਲ੍ਹਦਾ ਹੈ ਤਾਂ ਗੱਲਾਂ ਹੁੰਦੀਆਂ ਸੀ ਮੰਚ 'ਤੇ, ਇਸੇ ਮੰਚ 'ਤੇ ਤੁਸੀਂ ਵੀ ਬੈਠਦੇ ਹੁੰਦੇ ਸੀ ਕਿ ਜੀ ਕੈਨੇਡਾ ਜਾਓ, ICCRC ਤੋਂ ਫਾਈਲ ਲਵਾਓ, ਕੋਪਅਪ ਪ੍ਰੋਗਰਾਮ ਲਓ, ਸੈਂਡਵਿਚ ਪ੍ਰੋਗਰਾਮ ਲਓ, ਪੜ੍ਹੋ, ਫਿਰ ਕੰਮ ਕਰੋ, ਫਿਰ ਪੜ੍ਹੋ, ਅਟਲਾਂਟਿਕ ਰੀਜਨ ਦੇ ਵਿੱਚ ਜਾਓ, ਜਲਦੀ PR ਹੋ ਜੂਗੀ। ਉਹ ਗੱਲਾਂ ਰੁਲ ਗਈਆਂ, ਕਿਤੇ ਮਨਫੀ ਹੋ ਗਈਆਂ। ਸਿਰਫ ਔਰ ਸਿਰਫ ਇੱਕੋ ਚੀਜ਼ ਰਹਿ ਗਈ ਜੀ, ਕੈਨੇਡਾ ਦਾ ਵੀਜ਼ਾ ਲੈਣਾ ਹੈ, ਉਹ ਪੈਕੇਜ ਲੈ ਲਈਏ, ਕਿਵੇਂ ਲੈ ਲਈਏ, ਪਹੁੰਚ ਜਾਈਏ। ਇਹ ਗੱਲਾਂ ਮਨਫੀ ਕਿਉਂ ਹੋ ਗਈਆਂ? ਕੀ ਕਾਰਨ ਹੈ ਕਿ ਅੱਜ ਬੱਚਾ ਇਹ ਸੁਣਨਾ ਨਹੀਂ ਚਾਹੁੰਦਾ ਜਾਂ ਕੰਸਲਟੈਂਟਸ ਦੱਸਣਾ ਨਹੀਂ ਚਾਹੁੰਦਾ ਕਿ ਤੇਰੇ ਕੋਰਸ ਦੇ ਆਹ ਫਲਾਣੀ ਪ੍ਰੋਵਿੰਸ ਦੇ ਵਿੱਚ ਬੈਨੀਫਿਟ ਨੇ, ਕੋਪਅਪ MA ਕਰਨਾ ਹੈ, ਪੜ੍ਹਾਈ ਦੇ ਦੌਰਾਨ ਆਹ ਜੌਬ ਕਰਨੀ ਹੈ, ਪੱਕੇ ਆਪਾਂ CEC 'ਚ ਹੋਵਾਂਗੇ ਜਾਂ ਫੈਡਰਲ 'ਚ ਹੋਵਾਂਗੇ ਜਾਂ ਪ੍ਰੋਵਿੰਸਸ ਦੇ ਵਿੱਚ ਹੋਵਾਂਗੇ। ਇਹ ਗੱਲਾਂ ਕਿਉਂ ਰੁਲ ਗਈਆਂ ਅੱਜ ਕੱਲ੍ਹ? ਦੇਖੋ ਸੰਧੂ ਸਾਹਿਬ, ਰੁਲਣ ਦੀ ਗੱਲ ਪੂਰੀ ਤਰ੍ਹਾਂ ਨਹੀਂ ਰੁਲੀਆਂ, ਕਿਉਂਕਿ ਜਿਹੜੇ ਐਜੂਕੇਟਿਡ ਬੱਚੇ ਨੇ ਜਾਂ ਜਿਹੜੇ ਅਲਰਟ ਪੇਰੈਂਟਸ ਨੇ, ਉਹ ਇਹ ਚੀਜ਼ਾਂ ਨੂੰ YouTube ਲਗਾ ਲਓ, ਵੈਬਸਾਈਟਸ ਲਗਾ ਲਓ, ਅੰਬੈਸੀ ਦੀ ਵੈਬਸਾਈਟਸ, ਸਾਰੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਦੇਖ ਕੇ ਔਰ ਜਾਣੂ ਹੁੰਦੇ ਨੇ ਔਰ ਆਪਣੇ ਆਪ ਨੂੰ ਜਾਗਰੂਕ ਰੱਖਦੇ ਨੇ। ਔਰ ਉਹ ਅਸੀਂ ਗੱਲ ਕਰੀਏ ਤਾਂ ਸਾਡੇ ਕੋਲੇ ਤਾਂ ਖੈਰ ਸਾਰੇ ਜਿੰਨੇ ਵੀ ਆਣੇ ਨੇ ਉਹ ਕਦੇ ਕੋਈ ਰੇਅਰ ਹੋਏਗਾ ਕਿ ਕੋਈ ਪੈਕੇਜ ਕਰਨਾ ਚਾਹੁੰਦੇ ਹੈਗੇ ਤੇ ਅਸੀਂ ਕਦੇ ਵੀ ਹਾਂ ਨਹੀਂ ਕੀਤੀ, ਅਸੀਂ ਇਸ ਚੀਜ਼ ਵੱਲ ਤੁਰੇ ਨਹੀਂ ਕਦੇ। ਲੇਕਿਨ ਸਾਡੇ ਕੋਲੇ ਸਾਰੇ ਉਹੀ ਆਣਗੇ ਜਿਹੜੇ ਜੈਨੂਅਨ, ਜਿਹੜੀ ਤੁਸੀਂ ਦੱਸਿਆ ਕਿ ਕਿਹੜੇ ਕਾਲਜ, ਕਿਹੜਾ ਕੋਰਸ, ਫੀਸ ਕਿੰਨੀ ਹੈਗੀ ਹੈ, ਕਿੱਥੇ ਜਾ ਕੇ PR ਸੌਖੀ ਹੋਏਗੀ, ਕਿੱਥੇ ਅਗਰ ਕੋਈ ਅਫੋਰਡ ਨਹੀਂ ਕਰਦਾ ਤੇ ਕਿਹੜੇ ਕਾਲਜ ਦੇ ਵਿੱਚ ਕਿਹੜੇ ਕੋਰਸ ਵਿੱਚ ਫੀਸ ਘੱਟ ਹੈਗੀ, ਔਰ ਉਹ ਕਾਲਜ ਜਿੱਥੇ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਜ਼ਰੂਰੀ ਹੈਗਾ। ਔਰ ਪਾਇਨੀਅਰ ਇਮੀਗ੍ਰੇਸ਼ਨ ਸਾਡੀ ਗੱਲ ਕਰੀਏ, ਅਸੀਂ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਕਾਲਜ ਨਹੀਂ ਸੁਜੈਸਟ ਕੀਤਾ ਜਿੱਥੇ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਾ ਮਿਲੇ। ਔਰ ਮਤਲਬ ਹੀ ਨਹੀਂ, ਕਿਉਂਕਿ ਸੁਸਾਈਡਲ ਔਰ ਬਹੁਤ ਇੱਕ ਨੁਕਸਾਨਦਾਇਕ ਚੀਜ਼ ਹੈਗੀ ਹੈ। ਔਰ ਇਹੋ ਜਿਹੇ ਕਾਲਜ ਜਿੱਥੇ ਕਿ ਇੱਕ ਕਿਸਮ ਦੀ ਜਾਲੀ ਰਸੀਦਾਂ ਬਣ ਜਾਣੀਆਂ ਨੇ ਫੀਸ ਪੇਮੈਂਟ ਦੀਆਂ, ਔਰ ਅਗਰ ਕਿਸੇ ਕੰਸਲਟੈਂਟ ਨੇ ਉਹ ਇਸ ਤਰ੍ਹਾਂ ਦੇ ਕੰਮ ਕਰਨੇ ਹੈਗੇ ਤਾਂ ਡੈਫੀਨੇਟਲੀ ਫਿਰ ਉਹ ਜਿਹੜੇ ਸਟੂਡੈਂਟਸ ਜਿਨ੍ਹਾਂ ਨੂੰ ਇਹ ਜਾਗਰੂਕਤਾ ਨਹੀਂ ਹੈਗੀ, ਤੇ ਐਡਵਰਟਾਈਜ਼ਮੈਂਟਸ ਬੜਾ ਕੁਛ ਇਸ ਤਰ੍ਹਾਂ ਦਾ ਹੁੰਦਾ ਹੈ, ਕਈ ਵਾਰੀ ਗੁੰਮਰਾਹ ਹੋ ਜਾਂਦੇ ਨੇ। ਔਰ ਗੱਲ ਉਹੀ ਹੁੰਦੀ ਹੈ ਕਿ ਕਿਆ ਇਹ ਕਿਸੇ ਵੀ ਪ੍ਰੋਫੈਸ਼ਨ ਦੀ ਗੱਲ ਕਰੀਏ, ਉਸ ਵਿੱਚ ਹਰ ਤਰ੍ਹਾਂ ਦੇ ਲੋਕ ਕੰਮ ਕਰਦੇ ਨੇ। ਔਰ ਮੈਂ ਰੀਸੈਂਟਲੀ ਕਰਨਾਲ ਦੇ ਵਿੱਚ ਸੀਗਾ ਅਤੇ ਉੱਥੇ ਇੱਕ ਸਟੂਡੈਂਟ ਦਾ ਰਿਫਿਊਜ਼ਲ 2 ਵਾਰੀ ਰਿਫਿਊਜ਼ ਹੋ ਕੇ ਮੈਨੂੰ ਮਿਲੇ, ਅਤੇ ਇੱਕ ਕਿਸਮ ਦਾ ਬੜੀ ਬੁਰੀ ਤਰ੍ਹਾਂ ਅਪਸੈਟ ਔਰ ਰੋਣ ਵਾਲੀ ਹਾਲਤ ਦੇ ਵਿੱਚ। ਔਰ ਉਹਨਾਂ ਦੇ ਕਹਿੰਦੇ ਜੀ ਅਸੀਂ ਕਿਸੇ ਕੰਸਲਟੈਂਟ ਕੋਲੋਂ ਪੈਕੇਜ ਕਰ ਲਿਆ ਔਰ ਉਸਨੇ ਗਲਤ ਕੋਰਸ ਔਰ ਸਾਰਾ ਕੁਝ ਗਲਤ ਕਰਕੇ ਸਾਰਾ ਕੇਸ ਖਰਾਬ ਕਰ ਦਿੱਤਾ। ਔਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹੋ ਜਿਹੇ ਕੰਸਲਟੈਂਟ ਕੋਲ ਕਿਉਂ ਗਏ? ਇਸ ਕੁੜੀ ਦੇ ਨੰਬਰ ਵੀ ਠੀਕ ਨੇ, ਮਾਰਕਸ ਅੱਛੇ ਨੇ ਔਰ ਬੈਂਡ ਵੀ ਠੀਕ ਨੇ, ਅਤੇ ਇਹਦਾ ਵੀਜ਼ਾ ਵੈਸੇ ਵੀ ਲੱਗ ਜਾਣਾ ਸੀ ਪੈਕੇਜ, ਔਰ ਜ਼ਿਆਦਾ ਪੈਸੇ ਦੇਣ ਵਾਲੀ ਗੱਲ ਕਿਉਂ ਕੀਤੀ? ਕਹਿੰਦੇ ਜੀ ਸਾਨੂੰ ਕੋਈ ਹਿਸਾਬ ਕਿਤਾਬ ਨਹੀਂ ਸੀ, ਸਾਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ। ਸਾਡੇ ਗੁਆਂਢੀ ਨੇ ਉੱਥੋਂ ਵੀਜ਼ਾ ਲਗਵਾਇਆ ਸੀਗਾ ਅਤੇ ਉਹ ਉੱਥੇ ਉਹਨਾਂ ਨੇ ਸਾਨੂੰ ਕਿਹਾ ਅਤੇ ਅਸੀਂ ਉੱਥੇ ਹੀ ਚਲੇ ਗਏ। ਸਟੂਡੀਓ ਦੀ ਘੜੀ ਦਾ ਇਸ਼ਾਰਾ ਹੈ ਕਿ ਅਗਲਾ ਪ੍ਰੋਗਰਾਮ ਜਿਹੜਾ ਬਰੂਹਾਂ 'ਤੇ ਦਸਤਕ ਦੇ ਰਿਹਾ, ਆਪਾਂ ਲੰਬਾ ਨਹੀਂ ਕਰ ਸਕਦੇ ਇਹਨੂੰ। ਕੋਈ ਖਾਸ ਜੇ 30 ਸੈਕਿੰਡ 'ਚ ਮੈਸੇਜ ਹੈਗਾ ਤਾਂ ਤੁਸੀਂ ਜ਼ਰੂਰ। ਬਿਲਕੁਲ ਉਹੀ ਸੀ, ਸੈਮੀਨਾਰਸ ਦੇ ਵਿੱਚ ਜਿਹੜੀ ਸਾਡੀ ਫੀਸ ਨਹੀਂ ਹੋਏਗੀ ਔਰ ਕਈ ਤਰ੍ਹਾਂ ਦੇ ਬੈਨੀਫਿਟਸ। ਔਰ 23 ਤਰੀਕ ਨੂੰ ਜਲੰਧਰ, 24 ਤਰੀਕ ਨੂੰ ਅੰਮ੍ਰਿਤਸਰ, 25 ਤਰੀਕ ਨੂੰ ਲੁਧਿਆਣਾ, 1 ਅਕਤੂਬਰ ਫਿਰੋਜ਼ਪੁਰ, 2 ਨੂੰ ਬਠਿੰਡਾ, 3 ਨੂੰ ਬਰਨਾਲਾ। ਅਤੇ ਵੈਲਕਮ। ਔਰ ਆਪਣੀ ਰਿਫਿਊਜ਼ਡ ਕੇਸਿਸ ਜਿਹੜੇ ਨੇ ਉਹ ਆਪਣੀ ਜਿਹੜੇ ਸਾਰੇ ਡਾਕੂਮੈਂਟਸ, ਰਿਫਿਊਜ਼ਲ ਲੈਟਰ, ਪਹਿਲਾਂ ਕਾਲਜ ਦੀ ਆਫਰ ਲੈਟਰ, ਔਰ ਅਗਰ ਹੋ ਸਕੇ ਤਾਂ ਅੰਬੈਸੀ ਵਿੱਚ ਲਾਈ ਹੋਈ ਜਿਹੜੀ ਫਾਈਲ ਨਾਲ ਲੈ ਕੇ ਆਉਣ। ਔਰ ਮੈਂ ਆਪ ਖੁਦ ਮਿਲ ਕੇ ਸਾਰੇ ਕਿੱਥੇ ਘੱਟ ਫੀਸ ਹੈਗੀ ਹੈ, ਕਿੱਥੇ ਤੁਹਾਡੇ ਰਿਕੁਆਇਰਮੈਂਟ ਪੂਰੀ ਹੁੰਦੀ ਹੈ, ਕਿੰਨੇ ਬੈਂਡਸ ਨੇ ਤੁਹਾਡੇ, ਔਰ ਕਿਹੜਾ ਕੋਰਸ ਤੁਹਾਡੇ ਵਾਸਤੇ ਵੀਜ਼ਾ ਪਰਪਜ਼ ਵਾਸਤੇ, ਕਰੀਅਰ ਵਾਸਤੇ ਚੰਗਾ ਰਹੇਗਾ, ਮੈਂ ਖੁਦ ਮਿਲ ਕੇ ਸਾਰੀ ਐਡਵਾਈਸ ਕਰਾਂਗਾ ਜੀ। ਵੈਲਕਮ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ। ਬਹੁਤ ਅਹਿਮ ਗੱਲਾਂ ਲੀਗਲ ਤੱਥਾਂ ਦੇ ਆਧਾਰਿਤ ਸਾਡੇ ਸਟੂਡੈਂਟਸ ਦੇ ਨਾਲ ਕੋਪਅਪ ਦੀਆਂ CIC.gac.ca ਨੂੰ ਚੈੱਕ ਕਰਨ ਦੀਆਂ,
ਜਾਂ ਇੱਕ ICCRC ਦੀ ਜਿਹੜੀ ਇੰਪੋਰਟੈਂਸ ਹੈ ਉਹਦੇ ਬਾਰੇ ਚੰਗੇ ਤਰੀਕੇ ਨਾਲ ਫਾਈਲ ਲਾਉਣ ਬਾਰੇ ਦੱਸਿਆ। ਉਮੀਦ ਕਰਾਂਗੇ ਅੱਜ ਦਾ ਸ਼ੋਅ ਤੁਹਾਡੇ ਲਈ ਲਾਹੇਵੰਦ ਹੋਊਗਾ। ਆਪਣੇ ਦੋਸਤ ਰਣਵੀਰ ਸੰਧੂ ਨਾਲ ਧੰਨਵਾਦ। ਸਤਿ ਸ਼੍ਰੀ ਅਕਾਲ।